अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਭੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਔਰ ਇਬਤਦਾ 'ਚ ਕੁਛ ਦਿਨਾਂ ਦੀ ਲੰਬੀ ਜਿਹੜੀ ਗੈਰ ਹਾਜ਼ਰੀ ਹੋਈ ਹੈ ਉਹਦੀ ਮਾਜ਼ਰਤ ਕਬੂਲ ਕਰੋ ਔਰ ਜ਼ਾਹਿਰ ਹੈ ਉਹਦਾ ਕੁਛ ਨਾ ਕੁਛ ਉਜ਼ਰ ਮੁਆਜ਼ਰਾ ਅਸੀਂ ਜ਼ਰੂਰ ਪੇਸ਼ ਕਰਾਂਗੇ। ਅਤੇ ਉਹਦੇ 'ਚ ਮੇਨ ਮੈਂ ਜਦੋਂ ਸੋਚ ਰਿਹਾ ਸਾਂ ਕਿ ਹੁਣ ਜਦੋਂ ਮੁਲਾਕਾਤ ਪੰਜਾਬੀ ਆਪਣੇ ਨਾਜ਼ਰੀਨ ਨਾਲ ਹੋਣੀ ਹੈ ਤਾਂ ਉਹਨਾਂ ਨਾਲ ਗੱਲ ਕਿੱਥੋਂ ਸ਼ੁਰੂ ਕਰੀਏ। ਉਹ ਮੈਨੂੰ ਯਾਦ ਆਇਆ ਜੇ ਸ਼ਕੀਲ ਆਦਲਜ਼ਾਦਾ ਇੱਕ ਰਾਈਟਰ ਸਨ ਔਰ ਸਭ ਰੰਗ ਡਾਈਜੈਸਟ ਦੇ ਵਿੱਚ ਉਹ ਰੈਗੂਲਰ ਇੱਕ ਕਹਾਣੀ ਲਿਖਦੇ ਹੁੰਦੇ ਸਨ। ਕਿਤੇ ਨਹੀਂ ਦੋ ਚਾਰ ਕਿਸ਼ਤਾਂ ਉਹਨਾਂ ਨੇ ਟਾਈਮ ਨਾਲ ਭਿਜਵਾਈਆਂ ਹੋਣੀਆਂ। ਉਹ ਕਿਸੇ ਸ਼ਾਦੀ ਦੀ ਤਕਰੀਬ ਵਿੱਚ ਦੋਸਤਾਂ 'ਚ ਬੈਠੇ ਸਨ ਤਾਂ ਉਹਨਾਂ ਆਖਿਆ ਵੀ ਕਹਾਣੀ ਨਹੀਂ ਤੁਹਾਡੀ ਮਿਲੀ। ਆਖਿਰ ਕਹਾਣੀ ਤੁਹਾਨੂੰ ਪਸੰਦ ਹੈ? ਜੀ ਬਿਲਕੁਲ ਕਹਾਣੀ ਤਾਂ ਪਸੰਦ ਹੈ। ਉਹਨਾਂ ਆਖਿਆ ਜੀ ਫਿਰ ਕਹਾਣੀ ਤੁਹਾਨੂੰ ਪਸੰਦ ਹੈ ਤਾਂ ਚੰਗੀ ਕਹਾਣੀ ਜਿਹੜੀ ਹੈ ਨਾ ਉਹ ਇੱਕ ਜਿਉਂਦੇ ਜਾਗਦੇ ਬੰਦੇ ਤਰ੍ਹਾਂ ਹੀ ਹੁੰਦੀ ਹੈ। ਉਹਨੂੰ ਕੋਈ ਕੰਮ ਹੀ ਪੈ ਸਕਦਾ, ਉਹ ਬਿਮਾਰ ਵੀ ਹੋ ਸਕਦੀ, ਉਹ ਕਿਤੇ ਉਹਨੇ ਵਾਂਢਿਆਂ ਵੀ ਜਾਣਾ ਹੁੰਦਾ। ਇਹ ਸਾਰੀਆਂ ਗੱਲਾਂ ਨਾਲ ਹੀ ਹੁੰਦੀਆਂ ਨੇ ਉਹਦੇ। ਅਤੇ ਤੁਸੀਂ ਫਿਰ ਉਹਨੂੰ ਥੋੜ੍ਹਾ ਜਿਹਾ ਮਾਰ ਜਾਂਦੇ ਹੋ ਤਾਂ ਕਹਾਣੀ ਵੀ ਤੁਹਾਡੀ ਉਂਝ ਹੀ ਦੋਸਤ ਹੈ ਨਾ ਜਿਵੇਂ ਮੈਂ ਹਾਂ। ਉਹਨਾਂ ਆਖਿਆ ਜੇ ਠੀਕ ਹੈ ਇਸ ਹੱਦ ਤੱਕ ਤਾਂ ਗੱਲ ਮੰਨੀ ਜਾ ਸਕਦੀ ਹੈ। ਅਤੇ ਉਹ ਸਾਡਾ ਵੀ ਇੰਝ ਹੀ ਸੀ ਜੀ ਕਿ ਆਖਰੀ ਪ੍ਰੋਗਰਾਮ ਜਦੋਂ ਤੁਹਾਡੇ ਨਾਲ ਕੀਤਾ ਅਤੇ ਉਸ ਤੋਂ ਬਾਅਦ ਮੈਂ ਚੀਜ਼ਾਂ ਮੰਗਵਾਈਆਂ ਸਨ, ਜਿਸ ਤਰ੍ਹਾਂ ਬਲਕਿ ਮੈਂ ਬੋਲੀਆਂ ਵਾਲਾ ਜਿਹੜਾ ਪ੍ਰੋਗਰਾਮ ਸੀ ਉਹਦੇ 'ਚ ਦੱਸਿਆ ਵੀ ਸੀ ਕਿ ਆਇੰਦਾ ਪ੍ਰੋਗਰਾਮ ਦੇ ਵਿੱਚ ਅਸੀਂ ਸੁਲਤਾਨ ਮਹਿਮੂਦ ਅਸ਼ੁਫਤਾ ਸਾਹਿਬ ਦੀ ਇੱਕ ਨਜ਼ਮ ਜ਼ਹਿਰ ਪਿਆਲਾ ਉਹ ਪੇਸ਼ ਕਰਾਂਗੇ। ਅਤੇ ਉਹ ਮੰਗਵਾ ਵੀ ਲਈ, ਬਲਕਿ ਉਹ ਉਹਨਾਂ ਦੇ ਸਾਹਿਬਜ਼ਾਦੇ ਨੇ ਸ਼ਾਮਤ ਸੁਲਤਾਨ ਸਾਹਿਬ, ਉਹਨਾਂ ਨੂੰ ਮੈਂ ਦਰਖਾਸਤ ਕੀਤੀ ਅਤੇ ਖਵਾਹਿਸ਼ ਤਾਂ ਮੇਰੀ ਇਹ ਸੀ ਕਿ ਉਹ ਆਪ ਪੜ੍ਹ ਕੇ ਭੇਜਦੇ, ਲੇਕਿਨ ਉਹਨਾਂ ਨੇ ਸ਼ਾਇਦ ਕੁਛ ਸਾਡਾ ਹਾਲੀ ਸਿਸਟਮ ਉਸ ਤਰ੍ਹਾਂ ਪੂਰਾ ਡਿਵੈਲਪ ਨਹੀਂ ਕਿ ਉਹਨਾਂ ਨੂੰ ਲਾਈਵ ਨਾਲ ਲੈ ਸਕਦੇ। ਅਤੇ ਉਹਨਾਂ ਉਹ ਭਿਜਵਾ ਦਿੱਤੀ ਅਤੇ ਮੈਂ ਉਹ ਰੱਖੀ ਸੀ ਅਤੇ ਉਹ ਵਿੱਚੋਂ ਨਵੇਂ ਤੋਂ ਨਵੀਆਂ ਉੱਥੇ ਪਾਕਿਸਤਾਨ ਦੇ ਜਿਹੜੇ ਮੁਖਤਲਿਫ ਜਿਹੜਾ ਚੈਨਲ ਖੋਲ੍ਹੋ ਉੱਥੇ ਇੱਕੋ ਹੀ ਗੱਲ ਫੜੀ ਹੈ ਵੀ ਅੱਲਾ ਕਰਕੇ ਅਤੇ ਫੜ ਲਓ ਪਹਿਲਾਂ ਅਹਿਮਦੀਆਂ ਨੂੰ ਇੱਥੋਂ ਘਰੋਂ ਕੱਢ ਲਈਏ ਅਤੇ ਫਿਰ ਅਗਲੀ ਗੱਲ ਕੋਈ ਕਰਾਂਗੇ। ਕੋਈ ਖਿਆਲ ਇੰਝ ਸੀ ਕਿ ਜਿਵੇਂ ਪਤਾ ਨਹੀਂ ਕੋਈ ਹਫ਼ਤੇ 10 ਦਿਨ ਦੇ ਵਿੱਚ ਹੀ ਨਾ ਇਹਨੇ ਸਾਰਾ ਮੱਕੂ ਠੱਪਣਾ। ਮੱਕੂ ਇੰਝ ਨਹੀਂ ਠੱਪੇ ਜਾਂਦੇ ਹੁੰਦੇ, ਉਹਦਾ ਇਹ ਤਰੀਕਾਕਾਰ ਨਹੀਂ ਹੁੰਦਾ, ਨਾ ਇਹ ਗੱਲ ਕਰਨ ਦਾ ਕੋਈ ਤਰੀਕਾ, ਨਾ ਹੀ ਇਹ ਬੰਦਿਆਂ ਦਾ ਵਸੇਬ ਦਾ ਇਹ ਚੱਲ ਤਾਂ ਕੋਈ ਨਹੀਂ ਨਾ ਕਿ ਬੰਦੇ ਉੱਥੇ ਦੇ ਰਹਿਣ ਵਾਲੇ ਨੇ ਉਹ ਹੀ ਬੰਦੇ ਹੋ ਤੁਸੀਂ ਸਾਰਾ, ਇਹਨਾਂ 'ਚ ਫਰਕ ਤਾਂ ਕੋਈ ਨਹੀਂ ਨਾ ਕਿ ਤੁਸੀਂ ਕਹਿ ਸਕੋ ਕਿ ਜੀ ਅੱਧਿਆਂ ਦਾ ਹੈ ਅਤੇ ਅੱਧਿਆਂ ਦਾ ਨਹੀਂ, ਫਲਾਣੇ ਦਾ ਘਰ ਹੈ ਫਲਾਣਿਆਂ ਦਾ ਨਹੀਂ। ਔਰ ਫਿਰ ਤਮਾਸ਼ਬੀਨੀ ਦੀ ਅਖੀਰ ਇਹ ਵੇ ਕਿ ਇੱਕ ਪਾਸੋਂ ਉਹਨੂੰ ਮੇਰਾ ਖਿਆਲ ਅੱਜ 4 ਹਫ਼ਤੇ ਹੋ ਗਏ ਨੇ ਉਹ ਪ੍ਰੋਗਰਾਮ। ਇੱਕ ਦਿਨ ਆਇਆ ਛੋਟੀ ਜਿਹੀ ਖਬਰ ਕਿ ਜੀ ਉਹ ਅਕਲੀਤੀ ਕਮਿਸ਼ਨ, ਉਹ ਅਕਲੀਤੀ ਕਮਿਸ਼ਨ ਦਾ ਜਿਹਾ ਵਿਆਹ ਕੀਤਾ ਉਹਨਾਂ ਨੇ, ਮਤਲਬ ਹਾਲੇ ਤੱਕ ਉਹ ਹੁਣ ਉਹ ਗੱਲ ਭੁੱਲ ਗਈ ਕਿ ਗੱਲ ਟੁਰੀ ਕਿੱਥੋਂ ਸੀ। ਬਸ ਹੁਣ ਦੇ ਚੈਨਲ 'ਤੇ ਚੈਨਲ ਜਿਹਨੂੰ ਮਤਲਬ ਕੋਈ ਨਾ ਕੋਈ, ਕੱਲ੍ਹ ਵੀ ਉਹ ਮੈਂ ਵੇਖਿਆ ਜੀਓ 'ਤੇ ਕੋ ਨਿੱਕਾ ਜਿਹਾ ਮੁੰਡਾ ਸੀ, ਉਹਨਾਂ ਕੋਟ ਸ਼ੋਟ ਪਵਾ ਕੇ ਇੱਥੋਂ ਨਭਾਇਆ ਅੱਗੇ ਵੀ ਚੱਲ ਵੀ ਜਾ ਪੁੱਤਰ ਤੂੰ ਮਾਜ਼ਰਤ ਕਰਕੇ ਆ ਸਾਡੇ ਵੱਲੋਂ। ਕੀ ਮਾਜ਼ਰਤ ਕਰੋ ਜੀ? ਇਹ ਜੀ ਉਹ ਕੋਈ ਪ੍ਰੋਗਰਾਮ ਪਿਆ ਹੁੰਦਾ ਸੀ ਅਤੇ ਉਹਦੀ ਇੱਕ ਤਸਵੀਰ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਉਹ ਲੋਗੋ ਆ ਗਿਆ, ਲੋਗੋ ਵਿੱਚ ਅਹਿਮਦੀ ਮੁਸਲਿਮ ਲਿਖਿਆ ਸੀ। ਭਾਈ ਬੜਾ ਵੱਡਾ ਨੁਕਸਾਨ ਹੋ ਗਿਆ। ਗੱਲ ਇਹ ਵੇ ਕਿ ਕੋਈ ਲੋਗੋ ਇੰਝ ਤਾਂ ਨਹੀਂ ਹੋ ਗਿਆ ਕੋਈ ਚੋਰੀ ਚਕਾਰੀ। ਪੂਰੀ ਦੁਨੀਆ 'ਚ ਅਹਿਮਦੀ ਆਪਣੇ ਆਪ ਨੂੰ ਮੁਸਲਮਾਨ ਆਂਦੇ ਨੇ ਅਤੇ ਉਹ ਹੈ ਵੀ ਮੁਸਲਮਾਨ ਨੇ। ਕੋਈ ਇੰਝ ਥੋੜ੍ਹੀ ਵੀ ਤੁਹਾਡਾ ਮਤਲਬ ਕਾਵਾਂ ਦੇ ਆਖਣ ਨਾਲ ਤਾਂ ਨਹੀਂ ਨਾ ਢੋਰ ਮਰ ਜਾਂਦੇ। ਅਤੇ ਰਿਹਾ ਸਵਾਲ ਕਿ ਜਿਹੜਾ ਪੈਂਦਾ ਜੀ ਉਹ ਆਪਣਾ ਅਸੈਂਬਲੀ ਨੇ ਇੰਝ ਕਰ ਦਿੱਤਾ ਸੀ, 74 ਨੇ ਉਹ ਕਰ ਦਿੱਤਾ ਸੀ। ਅਸੈਂਬਲੀ ਦੇ ਵਿੱਚ ਜਿਹੜੇ ਬੰਦੇ ਬੈਠੇ ਸਨ, ਮੈਂ ਤਾਂ ਕੱਲ੍ਹ ਪਰਸੋਂ ਦੀ ਉਹ ਡਾਕਟਰ ਮੁਬਸ਼ਰ ਹਸਨ ਸਾਹਿਬ ਦੀ ਇੱਕ ਦਿਨ ਅੱਗੇ ਮੇਰੀ ਵੀ ਗੱਲ ਹੋਈ, ਫੋਨ 'ਤੇ ਵੀ ਹੋਈ, ਅਤੇ ਉਹਨਾਂ ਨੇ ਇਹੀ ਗੱਲ ਆਖਿਆ ਕਿ ਬਈ ਤੁਹਾਨੂੰ ਭੁਗਤਣਾ ਪੈਣਾ, ਬਾਕੀ ਇਹ ਹੋਇਆ ਤਾਂ ਸਾਰਾ ਸਿਆਸੀ ਫੈਸਲਾ ਸੀ। ਉਹਦੇ ਪਿੱਛੇ ਕਿਹੜੀਆਂ ਫੋਰਸਿਸ ਸਨ, ਕਿਹੜੇ ਉਸ ਵਕਤ ਹਾਲਾਤ ਸਨ। ਆਪਣੇ ਸਾਰਿਆਂ ਨੂੰ ਲਾਲਚ ਹੁੰਦੇ ਨੇ, ਆਪਣੇ ਉਹਨਾਂ ਸਾਰਿਆਂ ਦੇ ਮਫਾਦ ਉਠਾਉਣੇ ਹੁੰਦੇ ਨੇ। ਉਸ ਮਫਾਦ ਦੇ ਉੱਤੇ ਉਸ ਟਾਈਮ ਮਿੱਠੇ ਚੌਲ ਅਹਿਮਦੀ ਲੱਭੇ ਇਹਨਾਂ ਨੂੰ, ਇਹਨਾਂ ਆਖਿਆ ਇਹਨਾਂ ਨੂੰ ਖਾ ਲਓ ਪਹਿਲਾਂ। ਹੋਰ ਜੇ ਅੱਗੋਂ ਉਸ ਵਕਤ ਵੀ ਪਰਤਾ ਦਿੱਤਾ ਹੈ, ਗੱਲ ਕੀਤੀ, ਉਹ ਸਾਰੀ ਚੀਜ਼ਾਂ ਔਨ ਦਾ ਰਿਕਾਰਡ ਮੌਜੂਦ ਨੇ। ਐਸਾ ਝੂਠ ਵਿੱਚੋਂ ਮਾਰਨਾ ਔਰ ਦੂਜੇ ਦੀ ਗੱਲ ਨਹੀਂ ਸੁਣਨੀ। ਦੂਜੇ ਦੀ ਗੱਲ ਨਾ ਸਿਰਫ ਸੁਣਨੀ ਨਹੀਂ ਬਲਕਿ ਉਹਨੂੰ ਨਾਲ ਸਾਹਮਣੇ ਆਉਣ ਦੀ ਇਜਾਜ਼ਤ ਵੀ ਨਹੀਂ ਦੇਣੀ। ਮੁੰਨੂ ਭਾਈ ਕਹਿੰਦੇ ਸਨ ਨਾ ਕਿ ਜ਼ਖਮਾਂ ਕੋਲ ਦਰਦਾਂ ਕੋਲੋਂ ਲਵੋ ਸ਼ਹਾਦਤ, ਜ਼ਖਮਾਂ ਤੋਂ ਤਸਦੀਕ ਕਰਵਾ ਲਓ। ਸਾਡੇ ਇਸ ਮੁਕੱਦਮੇ ਅੰਦਰ ਸਾਨੂੰ ਵੀ ਤਾਂ ਗਵਾਹ ਬਣਾ ਲਓ, ਜਿਹੜਾ ਮਰਜ਼ੀ। ਅੱਛਾ ਇੱਕ ਦਿਨ ਇੱਕ ਨੇ ਗੱਲ ਕੀਤੀ ਉਹ ਜੀਓ ਨੇ, ਦੂਜੇ ਦਿਨ ਇੱਕ ਹੋਰ ਚੈਨਲ ਸ਼ੁਰੂ ਹੋ ਗਿਆ, ਉਹਨਾਂ ਨੇ ਨਾ ਅਹਿਮਦੀਆਂ ਦਾ ਲੈ ਕੇ ਅਤੇ ਧੜਾ ਆਪਣਾ ਕੁੱਟਣਾ ਸ਼ੁਰੂ ਕਰ ਦਿੱਤਾ। ਜੀ ਇਹ ਚੈਨਲ ਬੜੇ ਫਿਰੌਨ ਬੰਦੇ ਦਾ, ਇਹ ਫਲਾਣੇ ਦਾ। ਤੁਹਾਡੀ ਚੈਨਲਾਂ ਦੀ ਲੜਾਈ ਹੈ, ਤੁਹਾਡੀ ਆਪਣੀ ਕੁੱਕੜਾਂ ਦੀ ਲੜਾਈ ਹੈ, ਤੁਸੀਂ ਉਹਦਾ ਆਪਣਾ ਹਿਸਾਬ ਪੂਰਾ ਕਰੋ। ਸਾਨੂੰ ਉਹਦੇ ਵਿੱਚ ਮਤਲਬ ਆਮ ਸ਼ਰੀਫ ਆਦਮੀ ਘਰ ਬੈਠਿਆਂ ਨੂੰ ਕਿਉਂ ਵਿੱਚ ਤਰੀਕ ਲੈਂਦੇ ਨੇ? ਬਾਜ਼ ਦੋਸਤਾਂ ਆਖਿਆ ਯਾਰ
ਇਹਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਆਪਣੇ ਪ੍ਰੋਗਰਾਮ ਨੂੰ ਆਪਣੇ ਫਾਰਮੇਟ ਦੇ ਮੁਤਾਬਕ ਲੈ ਕੇ ਚੱਲੋ, ਇਹ ਸਿਲਸਿਲੇ ਇਹਨਾਂ ਇਸ਼ੂਜ਼ ਨੂੰ ਟੱਚ ਨਾ ਕਰੇ। ਟੱਚੀ ਇਸ਼ੂਜ਼ ਨੇ ਬਈ, ਟੱਚੀ ਇਸ਼ੂਜ਼ ਨੇ, ਤੇ ਫਿਰ ਅਗਰ ਟੱਚ ਨਾ ਕਰਾਂਦੇ ਤਾਂ ਕਿਆ ਉਹਦਾ ਮਤਲਬ ਫਿਰ ਚੁੱਪ ਰਹੇ ਰਹਿਣਗੇ? ਫਿਰ ਇਹਨਾਂ ਨੇ ਕੋਈ ਮਾफ़ ਕਰ ਦੇਣਾ, ਜਾਂ ਇਹਨਾਂ ਨੇ ਕੋਈ ਹੱਕ ਦਾ ਖਿਆਲ ਕਰ ਲਿਆ, ਜਾਂ ਇਹ ਵੇਖਣਾ ਕਿ ਇਹ ਗੱਲ ਕਰਨ ਵਾਲੀ ਹੈ ਤੇ ਇਹ ਗੱਲ ਕਰਨ ਵਾਲੀ ਨਹੀਂ। ਇਸ ਵਾਸਤੇ ਇਹ ਮਜਬੂਰੀ ਬਣ ਜਾਂਦੀ ਹੈ ਕਿ ਇੰਜ ਗੁਜ਼ਾਰਾ ਨਹੀਂ ਹੁੰਦਾ। ਮਤਲਬ ਪਿੰਡ ਵਸਣ ਦਾ ਇੱਕ ਤਰੀਕਾ ਹੁੰਦਾ, ਘਰਾਂ ਦੇ ਵਸੇਬ ਦਾ ਇੱਕ ਤਰੀਕਾ ਹੁੰਦਾ, ਮੁਆਸ਼ਰਿਆਂ ਦੇ ਵਸੇਬ ਦਾ ਇੱਕ ਤਰੀਕਾ ਹੁੰਦਾ। ਹਰ ਸ਼ੈ ਦੇ ਉੱਤੇ ਹਲ ਵਾਹ ਕੇ ਸੁਹਾਗਾ ਫੇਰ ਕੇ ਤੇ ਆਖੋਗੇ ਨਹੀਂ ਅਸਾਂ ਇੰਜ ਹੀ ਚੱਲਣਾ, ਇੰਜ ਨਹੀਂ ਚੱਲ ਸਕਦਾ। ਇੰਜ ਖੱਤ ਕਦੀ ਦੁਨੀਆ ਦੇ ਵੀ ਨਹੀਂ ਚੱਲੇ, ਬੰਦਿਆਂ ਦੇ ਵੀ ਨਹੀਂ ਚੱਲੇ, ਵਸੇਬ ਦੇ ਵੀ ਨਹੀਂ ਚੱਲੇ, ਤੇ ਫਿਰ ਜਵਾਬ ਦੇਣਾ ਪੈਂਦਾ। ਔਰ ਜੇ ਜਵਾਬ ਨਾ ਵੀ ਦਈਏ ਤਾਂ ਫਿਰ ਉੱਥੇ ਕਿਹੜੀ ਉਹ ਸਾਡੇ ਉਹ ਜਿੱਥੋਂ ਦਾ ਬੰਦਾ ਹੋਵੇ ਉੱਥੋਂ ਦੀ ਗੱਲ ਹੁੰਦੀ ਹੈ। ਆਪਣਾ ਸਾਡੇ ਉਹ ਦੋ ਚਾਚੇ ਸਨ, ਤੋਂ ਇੱਕ ਵਾਰੀ ਉੱਥੇ ਸ਼ੇਖੂਪੁਰੇ ਜੇਲ੍ਹ ਵਿੱਚ ਉਹਨਾਂ ਦੀ ਵਿੱਚ ਮੁਲਾਕਾਤ ਗਈ, ਅਤੇ ਉਹਦੇ 'ਚ ਪੰਜੀਰੀ ਸ਼ੰਜੀਰੀ ਅਤੇ ਘਿਓ ਅਤੇ ਇਹੋ ਜਿਹੀਆਂ ਸ਼ੈਵਾਂ ਉਹ ਰਾਹ ਜੇਲ੍ਹ ਦੇ ਸਟਾਫ ਨੇ ਰੱਖ ਲਈਆਂ। ਉਹਨਾਂ ਆਖਿਆ ਅਸਾਂ ਕੋਈ ਨਹੀਂ ਦੇਣੀ। ਉਹਨਾਂ ਆਖਿਆ ਸਾਡੀ ਪੰਜੀਰੀ, ਅਤੇ ਉਹ ਆਖਿਆ ਨਹੀਂ ਉਹ ਨਹੀਂ ਦੇਣੀ। ਉਹ ਡਿਪਟੀ ਸੁਪਰਡੈਂਟ ਨੂੰ ਉਹਨੇ ਆਖਿਆ, ਉਹਨਾਂ ਆਖਿਆ ਜੀ ਜੇ ਤੁਸੀਂ ਜ਼ਿਆਦਾ ਰੌਲਾ ਪਾਇਆ ਅਤੇ ਅਸੀਂ ਤੁਹਾਡਾ ਚਲਾਨ ਸ਼ੇਖੂਪੁਰੇ ਜੇਲ੍ਹ 'ਚੋਂ ਕੱਢ ਕੇ ਮੁਲਤਾਨ ਜੇਲ੍ਹ ਭੇਜ ਦਿਆਂਗੇ। ਉਹ ਚਾਚਾ ਮੁਜ਼ੱਫਰ ਸਾਡਾ ਉਸ ਆਖਿਆ ਗੱਲ ਸੁਣੋ, ਜੇ ਇਹ ਸ਼ੇਖੂਪੁਰੇ ਜੇਲ੍ਹ 'ਚ ਅਸੀਂ ਬੈਠੇ ਹਾਂ ਸਾਨੂੰ ਤੁਸੀਂ ਕੀ ਸ਼ਾਮੀ ਬੂਹਾ ਲਾ ਕੇ ਆਉਂਦੇ ਹੋ ਜਾਓ ਜਾ ਕੇ ਘਰ ਟੁਰ ਜਾਓ, ਅਤੇ ਫਿਰ ਆ ਜਾਏ ਜੇ 2-4 ਦਿਨ ਫਿਰ ਟੁਰੋ ਫਿਰ ਆ ਜਾਣਾ। ਇੱਥੇ ਵੀ ਅਸੀਂ ਜੇਲ੍ਹ ਵਿੱਚ, ਮੁਲਤਾਨ ਵੀ ਅਸੀਂ ਜੇਲ੍ਹ ਵਿੱਚ, ਤਾਂ ਸਾਡੀ ਪੰਜੀਰੀ ਉਰਾਂ ਦਿਓ, ਉਹ ਅਸਾਂ ਕੋਈ ਨਹੀਂ ਛੱਡਣੀ। ਜਾਂ ਤਾਂ ਹੋਵੇ ਨਾ ਵੀ ਤੁਹਾਨੂੰ ਅਸੀਂ ਪੰਜੀਰੀ ਛੱਡ ਦਈਏ ਅਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਛੱਡ ਦੇਣਾ, ਤੁਸੀਂ ਸਾਨੂੰ ਅੱਗੇ ਵੀ ਕੋਈ ਨਹੀਂ ਛੱਡਣਾ। ਉਹ ਜੇਲ੍ਹ ਅਸਾਂ ਭੁਗਤਣੀ ਅਤੇ ਜੇਲ੍ਹ ਭੁਗਤਣੀ, ਪੰਜੀਰੀ ਅਸਾਂ ਤੁਹਾਨੂੰ ਕੋਈ ਨਹੀਂ ਛੱਡਣੀ, ਉਹ ਸਾਡੀ ਆਈ ਹੈ, ਸਾਡੇ ਘਰੋਂ ਆਈ ਹੈ, ਸਾਨੂੰ ਦਿਓ ਉਰਾਂ। ਇਹਨਾਂ ਨੇ ਕੋਈ ਅਜਿਹਾ ਕੁੱਤਖਾਨਾ ਬਣਾਇਆ, ਕੋਈ ਐਡੀ ਮਤਲਬ ਕਿ ਬੇਅਸੂਲੀ ਦੀ ਵੀ ਕੋਈ ਹੱਦ ਹੁੰਦੀ ਹੈ ਕਿ ਜਿਹੜੇ ਵੇਲੇ ਇਹਨਾਂ ਦਾ ਦਿਲ ਅਹਿਮਦੀਆਂ ਦੀ ਪੰਜੀਰੀ ਖਾਣ 'ਤੇ ਕਰਦਾ, ਉਸੇ ਵੇਲੇ ਹਰ ਪਾਸੇ ਦੇ ਰਸਤੇ ਬੰਦ ਕਰਕੇ, ਕੋਈ ਮੌਕਫ ਨਹੀਂ, ਕੋਈ ਉਹਨਾਂ ਨਾਲ ਰਾਬਤਾ ਨਹੀਂ, ਕੋਈ ਰਵਿਓ ਨਹੀਂ, ਕਿਸੇ ਨੂੰ ਪੁੱਛਣਾ, ਕਿਸੇ ਜਮਾਤ ਦੇ ਬੰਦੇ ਨਾਲ ਰਾਬਤਾ ਨਹੀਂ ਕਰਨਾ, ਆਪਣੀ ਕੀਤੀ ਜਾਣੀਆਂ ਨੇ, ਝੂਠ ਮਾਰੀ ਹੀ ਜਾਣਾ ਦੇਸ ਉੱਤੇ। ਇੰਝ ਫਿਰ ਇਹ ਸਿਲਸਿਲੇ ਚੱਲਦੇ ਨਹੀਂ ਹੁੰਦੇ। ਨਾ ਹੀ ਇਹ ਕੋਈ ਮੁਲਕਾਂ ਦੇ ਚੱਲਣ ਦਾ, ਕੌਮਾਂ ਦੇ ਰਹਿਣ ਦਾ, ਵਸੇਬ ਦਾ ਇਹ ਕੋਈ ਤਰੀਕੇਕਾਰ ਬਹਰਹਾਲ ਬਿਲਕੁਲ ਕੋਈ ਨਹੀਂ, ਨਾ ਹੀ ਇਹਦੇ ਨਾਲ ਗੁਜ਼ਾਰਾ ਹੁੰਦਾ। ਆ ਜਾ ਕੇ ਉਹ ਫਿਰ ਜੇ ਕਿਸੇ ਪੁੱਛ ਹੀ ਬੈਠੇ ਉਹ ਆਖੇ ਜੀ ਮਾਮੇ ਲੱਗਦੇ ਨੇ। ਮਾਮੇ ਲੱਗਦੇ ਦੀ ਗੱਲ ਇਹ ਵੇ ਕਿ ਇਹ ਅਸੂਲੀ ਗੱਲ ਸੀ। ਸਾਡੇ ਉੱਥੇ ਡੇਰੇ 'ਚ ਬੈਠਿਆਂ ਕਿਸੇ ਨੇ ਆਖਿਆ ਫਲਾਣੀ ਜੰਝ ਆਉਂਦੀ ਪਈ ਹੈ, ਅਤੇ ਉਹ ਜੰਝ ਅਸਾਂ ਡੱਕ ਲੈਣੀ, ਉਹ ਦੂਜੀ ਪਾਰਟੀ ਆਉਂਦੀ ਪਈ ਹੈ। ਉਹ ਮੇਰੇ ਦਾਦਾ ਜੀ ਮਰਹੂਮ ਮੀਆਂ ਜੀ, ਉਹਨਾਂ ਆਖਿਆ ਐਵੇਂ ਚਵਲਾ ਮਾਰਦੇ ਨੇ, ਜੰਝ ਕਿੱਥੇ 200-300 ਬੰਦੇ ਦੀ ਜੰਝ ਡੱਕਣੀ ਸੌਖੀ ਹੈ, ਜੇ ਜੰਝ ਇਹਨਾਂ ਡੱਕਣੀ ਹੋਵੇ ਅਤੇ ਉਹ ਜਿਹੜਾ ਲੜ ਹੈ ਉਹ ਇੱਥੇ ਕਿਤੇ ਪੱਠੇ ਪੁੱਠੇ ਲੈਣ ਜਾਂਦਾ, ਉਹਨੂੰ ਫੈਰ ਮਾਰਨ ਉਹ ਮਰ ਜਾਏਦਾ ਅਤੇ ਆਪੇ ਜੰਝ ਡੱਕੀ ਜਾਏਦੀ। ਇੱਕ ਬੰਦਾ ਮਾਰਨਾ ਸੌਖਾ ਹੈ ਜਾਂ 300 ਬੰਦਾ? ਗੱਲ ਇਹ ਵੇ ਕਿ ਤੁਹਾਡੇ ਸਾਰਾ ਜਿਹੜਾ ਸਵਾਲ ਤਾਂ ਇੰਨਾ ਸੀ ਕਿ ਉਹ ਆਪਣਾ ਹਜ਼ਰਤ ਈਸਾ ਜਿਹੜੇ ਅਸਮਾਨ 'ਤੇ ਪਾਏ ਜੇ, ਉਹਨਾਂ ਦਾ ਕੀ ਕਰਨਾ ਜੀ, ਉਹਨਾਂ ਨੂੰ ਕਦੋਂ ਆਉਣਾ, ਕੀ ਹਿਸਾਬ ਹੈ, ਜੇ ਆਉਣ ਦੇ ਤਾਂ ਉਹਨਾਂ ਨੂੰ ਕੀ ਆਖੋਗੇ, ਤੁਹਾਡੀ ਸਲਾਹ ਕੀ ਹੈ? ਉਹ ਲਾੜਾ ਜਦ ਤੱਕ ਜਿਉਂਦਾ ਰਿਹਾ ਉਹਨੇ ਦੇਰ ਤੱਕ ਜੰਝ ਤੇ ਟੁਕਣੀ ਹੈ, ਉਹ ਜੰਝ ਨਹੀਂ ਫਿਰ ਡੱਕੀ ਜਾਣੀ। ਤੁਸੀਂ ਉਹਨਾਂ ਨੂੰ ਉਹਨਾਂ ਦਾ ਹਿਸਾਬ ਮੁਕਾਓ, ਉਹਦਾ ਜਵਾਬ ਦਿੰਦੇ ਕਿ ਨਾ ਉਹ ਹੈ ਨੇ ਉੱਤੇ, ਨਾ ਉਹਨਾਂ ਆਉਣਾ, ਨਾ ਸਾਨੂੰ ਇੰਤਜ਼ਾਰ ਹੈ। ਤੁਸੀਂ ਸੌਖਾ ਇੱਕ ਪਾਸੋਂ ਆਪਣਾ ਵਿੱਚੋਂ ਮੁੱਦਾ ਮੁਕਾਓ। ਜਦੋਂ ਤੱਕ ਉਹ ਮੁੱਦਾ ਮੌਜੂਦ ਹੈ ਫਿਰ ਇੰਝ ਹੈ ਨਾ ਕਿ ਪੰਜੀਰੀ ਖਾਣ ਦੀ ਵਾਰੀ ਤੁਸੀਂ ਆਉਂਦੇ ਹੋ ਅਹਿਮਦੀ ਗਲਤ ਬਿਆਨੀ ਪੇ ਕਰਦੇ ਨੇ। ਜਿਸ ਵੇਲੇ ਅਹਿਮਦੀਆਂ ਨੂੰ ਮੰਜੀ ਠੋਕ ਲਈ ਚੰਗੀ, ਉਹਨਾਂ ਦਾ ਨੁਕਸਾਨ ਕਰ ਲਏ, ਉਹਨਾਂ ਦੇ ਹੱਕ ਤਲਫੀਆਂ ਕਰ ਲਈਆਂ, ਉਸ ਦੇ ਬਾਅਦ ਆਪਸ ਵਿੱਚ ਫਿਰ ਉਸੇ ਹਜ਼ਰਤ ਈਸਾ ਦਾ ਇੰਤਜ਼ਾਰ, ਉਹੀ ਹਜ਼ਰਤ ਈਸਾ ਨਬੀ ਬਣ ਕੇ ਫਿਰ ਤੁਹਾਡੇ ਵਿੱਚ ਆ ਜਾਣ, ਉਦੋਂ ਤੁਹਾਡੀ ਖਤਮ, ਉਦੋਂ ਕੁਝ ਵੀ ਨਹੀਂ ਹੁੰਦਾ। ਇਹ ਨਾ ਦੋਹਰੇ ਇਸ਼ਕ ਨਹੀਂ ਪੱਕਦੇ ਹੁੰਦੇ, ਮਤਲਬ ਦੋਗਲਾਪਨ ਇੰਝ ਚੱਲਦਾ ਨਹੀਂ। ਕੋਈ ਗੱਲਾਂ ਹੁੰਦੀਆਂ ਨਾ ਯਾਦ ਹੁੰਦੀਆਂ ਕਿਤੋਂ ਘੱਟ ਕੇ ਲੈ ਆਉਂਦੀਆਂ ਨੇ, ਮੌਜੂਦ ਸਨ ਚੀਜ਼ਾਂ ਇਹ ਸਾਰੀਆਂ। ਖੁਦਾ ਵਾਸਤੇ ਕੋਈ ਮਤਲਬ ਲੋਕਾਂ ਦੇ ਤਵੇ ਤਪਣ ਦਿਓ, ਉਹਨਾਂ ਦਾ ਕੋਈ ਸਿਲਸਿਲਾ ਚੱਲਣ ਦਿਓ। ਪਾਕਿਸਤਾਨ 'ਚ ਕੋਈ ਇੰਝ ਤਾਂ ਨਹੀਂ ਵੀ ਅੱਗੇ ਅਸੀਂ ਬੜੇ ਘਮੀ ਦੁਨੀਆ ਵਸਦੀ ਪਈ ਹੈ ਅਤੇ ਇੱਕ ਇਹ ਅਹਿਮਦੀਆਂ ਵਾਲਾ ਇਸ਼ੂ ਹੈ। ਅਹਿਮਦੀਆਂ ਨੂੰ ਛੱਡ ਕੇ ਤਾਂ ਤੁਹਾਡੇ ਕੋਲ 40 ਇਸ਼ੂ ਨੇ ਮਜ਼ੀਦ। ਮੁਲਕ ਦਾ ਕੋਈ ਖਣ ਪੱਤਰ ਨਹੀਂ ਪਿਆ ਹੁੰਦਾ, ਕੋਈ ਕਿਸੇ ਪਾਸੇ ਮੂੰਹ ਨਹੀਂ ਪਿਆ ਸਿੱਧਾ ਹੁੰਦਾ। ਉੱਧਰ ਟੁਰੋ ਕੰਮ ਕਰਨ ਵਾਲੇ ਨੇ। TV ਚੈਨਲ ਅਗਰ ਅੱਜ ਸ਼ੁਰੂ ਹੋ ਜਾਣ ਤਾਂ ਇਹਨਾਂ ਨੂੰ ਘੱਟ ਤੋਂ ਘੱਟ 5 ਸਾਲ ਚਾਹੀਦੇ ਨੇ ਕਿ ਮੁਲਕ ਨੂੰ ਇੱਕ ਰਾਹ 'ਤੇ ਚਾੜਿਆ ਜਾ ਸਕੇ, ਪਬਲਿਕ ਨੂੰ ਐਜੂਕੇਟ ਕੀਤਾ ਜਾ ਸਕੇ। ਲੇਕਿਨ ਉਹਦਾ ਕੋਈ ਖਿਆਲ ਨਹੀਂ, ਨਾ ਉਸ ਪਾਸੇ ਇਹਨਾਂ ਨੇ ਸੋਚਣਾ। ਬਹਰਹਾਲ ਇਹ ਹੁਣ ਮਰਜ਼ੀ ਇਹਨਾਂ ਦੀ, ਜਿੰਨਾ ਚਿਰ ਮਰਜ਼ੀ ਲੱਗੇ ਰਹਿਣੇ।